ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GKN ਪੰਜਾਬੀ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਮਾਡਰਨ ਹਿਸਟਰੀ ਦੀ ਕਲਾਸ ਨੰਬਰ 5 ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਪਣੀਆਂ ਮਾਡਰਨ ਹਿਸਟਰੀ ਦੀਆਂ 4 ਕਲਾਸਾਂ YouTube ਦੇ ਉੱਤੇ ਅਪਲੋਡ ਹੋ ਚੁੱਕੀਆਂ ਨੇ। ਇਹਦੀਆਂ ਕਲਾਸਿਸ ਤੁਸੀਂ ਜ਼ਰੂਰ ਜਾ ਕੇ ਦੇਖੋ, ਠੀਕ ਹੈ ਜੀ। ਅੱਜ ਆਪਾਂ ਕਰਨ ਜਾ ਰਹੇ ਹਾਂ ਜਿਹੜਾ ਕਿ ਐਕਸਟਰੀਮਿਸਟ ਫੀਸ ਹੁੰਦਾ ਵਾ, ਜਿਹੜਾ ਕਿ 1905 ਤੋਂ ਲੈ ਕੇ 17-18 ਤੱਕ ਸੀਗਾ, ਠੀਕ ਹੈ ਜੀ। ਸੋ ਉਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਅੱਜ ਆਪਾਂ ਚਰਚਾ ਕਰਾਂਗੇ ਅਤੇ ਇਹਦੇ ਵਿੱਚ ਅੱਜ ਆਪਾਂ 1905 ਤੋਂ ਲੈ ਕੇ 1908 ਤੱਕ ਕਰਾਂਗੇ, ਠੀਕ ਹੈ ਜੀ। ਸੋ ਆਪਾਂ ਸਟਾਰਟ ਕਰਦੇ ਹਾਂ ਜੀ ਅੱਜ ਦਾ। ਸਭ ਤੋਂ ਪਹਿਲਾਂ ਆਪਾਂ ਪਿਛਲੀ ਕਲਾਸ ਦੇ ਵਿੱਚ ਆਪਾਂ 1905 ਤੱਕ ਸਾਰਾ ਕੀਤਾ ਸੀ, ਠੀਕ ਹੈ ਜੀ, 1904 ਤੱਕ। ਉਸ ਤੋਂ ਬਾਅਦ ਹੁਣ ਆਪਾਂ ਬੰਗਾਲ ਦੀ ਵੰਡ ਕਰਾਂਗੇ ਸਾਰਿਆਂ ਤੋਂ ਪਹਿਲਾਂ, ਠੀਕ ਹੈ ਜੀ। ਬੰਗਾਲ ਦੀ ਵੰਡ ਕਦੋਂ ਹੋਈ ਸੀ ਜੀ? 1905 ਈਸਵੀ 'ਚ ਹੋਈ ਸੀ। ਇਹਦੇ ਉੱਤੇ ਪੇਪਰ ਦੇ ਵਿੱਚ ਆਲਵੇਜ਼ ਕੁਐਸਚਨ ਬਣਦਾ, ਠੀਕ ਹੈ ਜੀ। ਸੋ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਵਾ। 1905 ਦੇ ਵਿੱਚ ਕਿਹਨੇ ਕੀਤੀ ਸੀ ਬੰਗਾਲ ਦੀ ਵੰਡ? ਲਾਰਡ ਕਰਜ਼ਨ ਸੀਗੇ ਜੀ ਉਸ ਟਾਈਮ ਦੇ ਉੱਤੇ ਵਾਇਸਰੋਏ, ਠੀਕ ਹੈ ਜੀ। ਬ੍ਰਿਟਿਸ਼ ਕਰਾਊਨ ਦੇ ਵਾਇਸਰੋਏ ਸੀਗੇ ਲਾਰਡ ਕਰਜ਼ਨ। ਉਹਨੇ ਬੰਗਾਲ ਦੀ ਵੰਡ ਕੀਤੀ ਸੀ। ਇਹ ਵੰਡ ਦਾ ਅਸਲੀ ਜਿਹੜਾ ਉਦੇਸ਼ ਕੀ ਸੀ? ਇਸ ਵੰਡ ਦਾ ਅਸਲੀ ਉਦੇਸ਼ ਸੀਗਾ ਹਿੰਦੂਆਂ ਨੂੰ ਅਤੇ ਮੁਸਲਮਾਨਾਂ ਦੇ ਵਿੱਚ ਫੁੱਟ ਪਾਉਣੀ ਅਤੇ ਰਾਸ਼ਟਰੀ ਸ਼ਕਤੀ ਨੂੰ ਕਮਜ਼ੋਰ ਕਰਨਾ। ਜਾਣੀ ਕਿ ਇਹਨਾਂ ਨੂੰ ਡਰ ਪੈ ਗਿਆ ਸੀਗਾ ਕਿ ਜੋ ਹਿੰਦੂ ਤੇ ਮੁਸਲਿਮ ਅਗਰ ਇਕੱਠੇ ਹੋ ਗਏ ਤਾਂ ਅੱਗੇ ਰਾਸ਼ਟਰੀ ਅੰਦੋਲਨ ਬਣ ਸਕਦਾ ਵਾ। 1857 ਵਰਗੇ ਹਾਲਾਤ ਦੁਬਾਰਾ ਫੇਰ ਤੋਂ ਪੈਦਾ ਹੋ ਸਕਦੇ ਆ। ਇਹਦੇ ਕਰਕੇ ਇਹਨਾਂ ਨੇ ਫੁੱਟ ਪਾਓ ਰਾਜ ਵਾਲੀ ਨੀਤੀ ਇੱਥੇ ਉਹਦੇ ਆਧਾਰ ਦੇ ਉੱਤੇ ਹੀ ਇਹਨਾਂ ਨੇ ਵੰਡ ਕੀਤੀ ਸੀ, ਠੀਕ ਹੈ ਜੀ। ਕਰਜ਼ਨ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਜੀ ਵੰਡ ਤੋਂ ਬਾਅਦ 2 ਸੂਬੇ ਬਣਾਏ ਇਹਨਾਂ ਨੇ। ਇੱਕ ਤਾਂ ਬਣਾਇਆ ਇਹਨਾਂ ਨੇ ਵੈਸਟ ਬੰਗਾਲ, ਜਿਹਦੇ ਕਿ ਪੱਛਮੀ ਬੰਗਾਲ, ਉੜੀਸਾ ਅਤੇ ਬਿਹਾਰ ਸਮੇਤ, ਅਤੇ ਈਸਟ ਬੰਗਾਲ ਜਿਹਦੇ ਵਿੱਚ ਕਿ ਪੂਰਬੀ ਬੰਗਾਲ ਸੀਗਾ ਅਤੇ ਅਸਾਮ ਸੀਗੇ, ਠੀਕ ਆ। ਇਹਦੇ ਵਿੱਚ ਜੀ ਜਿਹੜਾ ਪੱਛਮੀ ਬੰਗਾਲ ਅਤੇ ਪੂਰਬੀ ਬੰਗਾਲ ਦੇ ਜਿਹੜੇ ਮੂਲ ਨਿਵਾਸੀ ਸੀਗੇ ਨਾ, ਜਿਹੜੇ ਜੋ ਵੀ ਲੋਕ ਰਹਿੰਦੇ ਸੀ, ਇਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਅੰਤਰ ਸੀਗਾ। ਜਿਵੇਂ ਇੱਕ ਬੰਗਾਲ ਦੇ ਪੂਰਬੀ ਹਿੱਸੇ ਦੇ ਵਿੱਚ ਲੋਕ ਆਪਣਾ ਜੋ ਕਰਦੇ ਸੀਗੇ, ਜੋ ਬੋਲਦੇ ਸੀਗੇ, ਠੀਕ ਆ ਜੀ, ਜੋ ਮੁਸਲਮਾਨ ਰਹਿੰਦੇ ਸੀ। ਇੱਕ ਦੇ ਵਿੱਚ ਜੋ ਪੱਛਮ ਦੇ ਵਿੱਚ ਜੋ ਸੀਗੇ, ਜੋ ਉਹਦੇ ਵਿੱਚ ਹਿੰਦੂ ਦੀ ਜੋ ਪੋਪੂਲੈਰਿਟੀ ਸੀਗੀ ਉਹ ਜ਼ਿਆਦਾ ਸੀਗੀ, ਠੀਕ ਆ। ਸੋ ਆਪਾਂ ਕਰਾਂਗੇ ਜੀ ਅੱਗੇ ਪੂਰਬੀ ਬੰਗਾਲ ਦੇ ਵਿੱਚ ਉਹ ਕਹਿੰਦੇ ਜੀ ਪੂਰਬੀ ਬੰਗਾਲ ਦੇ ਵਿੱਚ ਪਹਾੜੀ ਤ੍ਰਿਪੁਰਾ, ਚਟਕਾਂਵ, ਰਾਜਸ਼ਾਹੀ ਅਤੇ ਢਾਕਾ ਡਿਵੀਜ਼ਨ ਸੀਗੀ। ਇਹਦੀ ਰਾਜਧਾਨੀ ਸੀਗੀ ਢਾਕਾ, ਠੀਕ ਆ। ਜਦੋਂ ਕਿ ਜਿਹੜਾ ਬਿਹਾਰ ਅਤੇ ਉੜੀਸਾ ਸੀਗੀ, ਜਿਹੜੇ ਉਹਦੇ ਵਿੱਚ ਬਿਹਾਰ ਅਤੇ ਉੜੀਸਾ ਜਿਹੜੇ ਦੂਸਰੇ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਕਲਕੱਤਾ ਰਾਜਧਾਨੀ ਸੀਗੀ ਇਹਦੀ, ਅਤੇ ਦੇ ਨਾਲ ਇੱਕ ਵੱਖਰੇ ਸੂਬੇ ਦਾ ਗਠਨ ਕੀਤਾ ਗਿਆ ਅਤੇ ਜਿੱਥੇ ਕਿ ਹਿੰਦੂ ਬਹੁ ਗਿਣਤੀ ਵਾਲੇ ਸੂਬੇ ਬਣ ਗਏ, ਠੀਕ ਹੈ ਜੀ। ਨੈਕਸਟ ਆਪਾਂ ਕਰਾਂਗੇ ਸਰਕਾਰ ਨੇ ਜਦੋਂ ਬੰਗਾਲ ਦੀ ਵੰਡ ਕਰਨ ਦਾ ਐਲਾਨ ਕੀਤਾ ਤਾਂ ਲੋਕ ਥਾਂ ਥਾਂ 'ਤੇ ਜਲੂਸ ਤੇ ਹੜਤਾਲਾਂ ਕੱਢਣ ਲੱਗ ਗਏ, ਕਿਉਂਕਿ ਲੋਕ ਉਸ ਟਾਈਮ ਦੇ ਉੱਤੇ ਕਹਿੰਦੇ ਸੀ ਕਿ ਇਹ ਵੰਡ ਨਹੀਂ ਹੋਣੀ ਚਾਹੀਦੀ। ਸੋ ਇਹਦੇ ਵਿੱਚ ਇਹ ਵੀ ਇਤਿਹਾਸਕਾਰਾਂ ਨੇ ਲਿਖਿਆ ਵਾ ਕਿ ਇਹਦੇ ਵਿੱਚ ਲੋਕਾਂ ਨੇ ਰੱਖੜੀ ਬੰਨੀ ਸੀ ਉਸ ਟਾਈਮ ਦੇ ਉੱਤੇ ਇੱਕ ਦੂਜੇ ਨੂੰ, ਤਾਂ ਕਿ ਉਹ ਇਹ ਦਿਖਾਉਣਾ ਚਾਹੁੰਦੇ ਸੀ ਕਿ ਜਿਹੜੀ ਜੋ ਬ੍ਰਿਟਿਸ਼ਰ ਆਪਣੀ ਬੰਗਾਲ ਦੀ ਵੰਡ ਕਰਨੀ ਚਾਹੁੰਦੇ ਨੇ ਉਹਦੇ ਅਸੀਂ ਖਿਲਾਫ ਹਾਂ ਅਤੇ ਸਾਨੂੰ ਤੁਸੀਂ ਅਲੱਗ ਨਹੀਂ ਕਰ ਸਕਦੇ, ਠੀਕ ਹੈ ਜੀ। ਨੈਕਸਟ ਕਰਾਂਗੇ ਆਪਾਂ ਬੰਗਾਲ ਦੀ ਵੰਡ ਦੇ ਵਿਰੋਧ 'ਚ। ਹੁਣ ਸਭ ਤੋਂ ਵੱਡਾ ਜਿਹੜਾ ਅੰਦੋਲਨ ਹੋਇਆ ਸੀ ਉਸ ਟਾਈਮ 'ਤੇ ਸਵਦੇਸ਼ੀ ਬਾਈਕਾਟ ਅੰਦੋਲਨ ਹੋਇਆ ਸੀ, ਜਿਹੜਾ ਕਿ ਬੰਗਾਲ ਦੀ ਜਿਹੜੀ ਵੰਡ ਹੋਈ ਸੀ ਉਹਦੇ ਵਿਰੋਧ ਦੇ ਵਿੱਚ ਹੋਇਆ ਸੀ। ਇਹਨੂੰ ਆਪਾਂ ਚੰਗੀ ਤਰ੍ਹਾਂ ਅੱਗੇ ਪੜਾਂਗੇ, ਠੀਕ ਹੈ ਜੀ। ਸਵਦੇਸ਼ੀ ਦਾ ਬਾਈਕਾਟ ਅੰਦੋਲਨ, ਇਹਦੇ ਵਿੱਚ ਉਹ ਕਹਿੰਦੇ ਜੀ 1905 ਦੇ ਵਿੱਚ ਲਾਰਡ ਕਰਜ਼ਨ ਸੀਗਾ ਜਿਹੜਾ, ਉਹਨੇ ਜਦੋਂ ਬੰਗਾਲ ਦੀ ਵੰਡ ਕਰਤੀ ਤਾਂ ਉਸੇ ਟਾਈਮ ਦੇ ਉੱਤੇ ਇਮੀਡੀਏਟ ਇਫੈਕਟ ਇਹ ਪਿਆ ਕਿ ਸਵਦੇਸ਼ੀ ਦੇ ਬਾਈਕਾਟ ਅੰਦੋਲਨ ਸ਼ੁਰੂ ਕਰਤਾ। ਇਹਦੀ ਅਗਵਾਈ ਕਿਹਨੇ ਕੀਤੀ ਸੀ? ਸੁਰਿੰਦਰਨਾਥ ਬੈਨਰਜੀ ਸੀ, ਵਿਪਨ ਚੰਦਰਪਾਲ ਸੀ, ਬਾਲ ਗੰਗਾਧਰ ਤਿਲਕ ਸੀਗੇ ਅਤੇ ਆਪਣੇ ਸ਼੍ਰੀ ਅਰਵਿੰਦੋ ਘੋਸ਼ ਨਾਮ ਦੇ ਇਹ ਸਾਰੇ ਨੇਤਾ ਸੀਗੇ ਇਹਨਾਂ ਨੇ, ਜਿਨ੍ਹਾਂ ਨੇ ਕਿ ਇਹਦੀ ਅਗਵਾਈ ਕੀਤੀ ਸੀ। ਹੁਣ ਸਵਦੇਸ਼ੀ ਦਾ ਬਾਈਕਾਟ ਅੰਦੋਲਨ ਦਾ ਜਿਹੜਾ ਮੁੱਖ ਉਦੇਸ਼ ਸੀ ਉਹਦਾ ਸੀਗਾ ਅੰਗਰੇਜ਼ ਜੋ ਕਿ ਵਿਦੇਸ਼ੀ ਜੋ ਵਸਤੂਆਂ ਸੀਗੀਆਂ ਉਹਨਾਂ ਦਾ ਬਾਈਕਾਟ ਕਰਦੇ ਸੀਗੇ ਅਤੇ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਸਵਦੇਸ਼ੀ ਵਸਤੂਆਂ ਨੇ ਜਿਹੜੇ ਆਪਣੇ ਇੰਡੀਆ ਦੇ ਵਿੱਚ ਬਣ ਕੇ ਤਿਆਰ ਹੁੰਦੀਆਂ ਨੇ ਉਹ ਵਸਤੂਆਂ ਪਾਓ, ਚਾਹੇ ਉਹ ਕੱਪੜੇ ਹੋਣ, ਕੋਈ ਵੀ ਹੋਵੇ, ਠੀਕ ਆ। ਭਾਰਤ ਵਿੱਚ ਕਈ ਸਥਾਨਾਂ 'ਤੇ ਵਿਦੇਸ਼ੀ ਕੱਪੜੇ ਵੀ ਸਾੜੇ ਗਏ। ਜਾਣੀ ਕਿ ਇਹਦੇ ਵਿੱਚ ਇਹਨਾਂ ਨੇ ਇਹ ਲਾਇਆ ਸੀ ਇਹਨਾਂ ਨੇ ਕਿ ਜਿੱਦਾਂ ਕਿ ਬਹੁਤ ਸਾਰੇ ਸਟੂਡੈਂਟਸ ਨੇ, ਜਿਵੇਂ ਬ੍ਰਿਟਿਸ਼ਰਸ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਸੀਗੀਆਂ ਉਹ ਛੱਡਤੀਆਂ ਸੀਗੀਆਂ, ਕਈ ਲੋਕਾਂ ਨੇ ਆਪਣੇ ਜੋ ਸਰਕਾਰੀ ਉਸ ਟਾਈਮ ਦੇ ਉੱਤੇ ਅਹੁਦੇ ਸੀਗੇ ਉਹ ਛੱਡਤੇ ਸੀ। ਜਾਣੀ ਕਿ ਉਹ ਚਾਹੁੰਦੇ ਸੀਗੇ ਜਿਹੜਾ ਕੁਝ ਵੀ ਹੋਵੇ ਬ੍ਰਿਟਿਸ਼ਰ ਦੇ ਅਗੇਂਸਟ ਹੋਵੇ, ਠੀਕ ਹੈ ਜੀ। ਸੋ ਇਹ ਆਪਣੀ ਹੋ ਗਈ ਅਤੇ ਇਹਦੇ ਵਿੱਚ ਜ਼ਿਆਦਾ ਕੁਐਸਚਨ ਨਹੀਂ ਪੁੱਛਦੇ, 1-2 ਕੁਐਸਚਨ ਬਣਦੇ ਆ ਜਿਹੜੇ ਮੈਂ ਤੁਹਾਨੂੰ ਦੱਸੂਗਾ ਅੱਗੇ ਆਪਣੇ MCQ ਦੇ ਵਿੱਚ ਐਡ ਕੀਤੇ ਹੋਏ ਨੇ। ਆਲ ਇੰਡੀਆ ਮੁਸਲਿਮ ਲੀਗ ਹੁਣ ਆਪਣੀ ਇਸ ਤੋਂ ਬਾਅਦ ਜੀ 1906 ਦੇ ਵਿੱਚ 30 ਦਸੰਬਰ 1906 ਨੂੰ ਹੋਈ ਸੀ ਇਹਦੀ। ਆਲ ਇੰਡੀਆ ਮੁਸਲਿਮ ਲੀਗ ਬਣਾਉਣ ਦਾ ਜਿਹੜਾ ਮਤਾ ਸੀ ਇਹ ਪਾਸ ਕੀਤਾ ਸੀ ਨਵਾਬ ਸਲੀਮੁੱਲਾ ਖਾਨ ਨੇ ਅਤੇ ਆਗਾ ਖਾਨ। ਇਹਦੇ 'ਚ ਹੋਰ ਜਿਹੜੇ ਲੀਡਰ ਸੀਗੇ ਇਹਨਾਂ ਦੇ ਹਕੀਮ ਅਜ਼ਮਲ ਖਾਨ, ਮੌਲਾਨਾ ਮੁਹੰਮਦ ਅਲੀ ਅਤੇ ਮੌਲਾਨਾ ਜ਼ਫਰ ਅਲੀ ਦੁਆਰਾ ਇਹਦਾ ਸਮਰਥਨ ਕੀਤਾ ਗਿਆ ਸੀ। 1906 'ਚ ਇਹਦੀ ਸਥਾਪਨਾ ਹੋਈ ਸੀ। ਮੁਸਲਿਮ ਨੇਤਾਵਾਂ ਨੇ ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਢਾਕਾ 'ਚ ਕੀਤੀ, ਜਿਹਦੀ ਕਿ ਸਭ ਤੋਂ ਪ੍ਰਮੁੱਖ ਮੰਗ ਇਹੀ ਸੀ ਕਿ ਮੁਸਲਮਾਨਾਂ ਲਈ ਵੱਖਰਾ ਚੋਣ ਮੰਜ਼ਲ ਸਥਾਪਿਤ ਕੀਤਾ ਜਾਵੇ, ਠੀਕ ਹੈ। ਸੋ ਮੁਸਲਮਾਨਾਂ ਲਈ ਇੱਕ ਅਲੱਗ ਇਲੈਕਸ਼ਨ ਹੋਣੇ ਚਾਹੀਦੇ ਨੇ, ਠੀਕ ਹੈ ਜੀ। ਅੱਗੇ ਆ ਗਿਆ ਜੀ ਇਹਨਾਂ ਦਾ ਜੀ ਪਹਿਲਾ ਸੈਸ਼ਨ, ਜਿਹੜਾ ਕਿ ਅਗਰ ਆਪਾਂ ਨੂੰ ਪੇਪਰ ਦੇ ਵਿੱਚ ਆਏਗਾ ਕਿ ਆਲ ਇੰਡੀਆ ਮੁਸਲਿਮ ਲੀਗ ਦਾ ਪਹਿਲਾ ਸੈਸ਼ਨ ਕਿੱਥੇ ਹੋਇਆ ਸੀ? ਸਭ ਤੋਂ ਪਹਿਲਾਂ ਤਾਂ ਕਰਾਚੀ 'ਚ ਹੋਇਆ ਸੀ, 29 ਦਸੰਬਰ 1907 ਨੂੰ ਹੋਇਆ ਇਹ ਸੈਸ਼ਨ ਹੋਇਆ ਸੀ, ਠੀਕ ਆ। ਅਸਲ ਵਿੱਚ ਜਿਹੜੀ ਸਥਾਪਨਾ ਹੋਈ ਸੀ ਉਹ 1906 'ਚ ਹੀ ਹੋਈ ਸੀ, ਠੀਕ ਆ। ਸੋ ਇਹ ਯਾਦ ਕਰਨਾ ਤੁਸੀਂ। ਇਹਦੀ ਉਸ ਟਾਈਮ ਦੇ ਉੱਤੇ ਜਿਹੜਾ ਪਹਿਲਾ ਸੈਸ਼ਨ ਹੋਇਆ ਸੀ ਕਰਾਚੀ ਦੇ ਵਿੱਚ, ਇਹਦੀ ਪ੍ਰਧਾਨਗੀ ਆਦਮਜ਼ੀ ਪੀਰ ਭਾਈ ਨੇ ਕੀਤੀ ਸੀ, ਇਹ ਵੀ ਤੁਸੀਂ ਨਾਮ ਯਾਦ ਕਰਨਾ। 1909 ਦੇ ਵਿੱਚ ਸਰਕਾਰਾਂ ਨੇ ਮੁਸਲਮਾਨਾਂ ਦੀ ਮੰਗ ਮੰਨ ਲਈ ਸੀ। ਜਦੋਂ ਆਪਾਂ ਇਸ ਤੋਂ ਅੱਗੇ ਜੋ 1909 ਵਾਲਾ ਜੋ ਐਕਟ ਆਇਆ ਸੀਗਾ ਉਹਨੂੰ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਮੁਸਲਿਮ ਲਈ ਜਿਹੜੇ ਸੈਪਰੇਟ ਇਲੈਕਸ਼ਨ ਸੀਗੇ ਉਹ ਕੰਡਕਟ ਕਰਵਾਏ ਸੀ। ਹੁਣ ਜੀ 1906 ਦੇ ਵਿੱਚ ਹੁਣ ਇੱਕ ਇੰਪੋਰਟੈਂਟ ਫੈਕਟ ਆਪਣਾ ਹੁੰਦਾ 1906 'ਚ ਕਲਕੱਤਾ ਸੈਸ਼ਨ ਹੋਇਆ ਜਿਹਦੇ ਕਿ ਦਾਦਾ ਭਾਈ ਨਹਿਰੂ ਜੀ ਨੇ ਕਿਹਾ ਸੀ
ਕਿ ਲੋਕਾਂ ਨੇ ਕਿਹਾ ਸੀ ਕਿ ਸਵਰਾਜ ਐਜ਼ ਦਾ ਗੋਲ ਆਫ ਇੰਡੀਅਨ ਪੀਪਲ, ਇਹਨੂੰ ਅਪਣਾਇਆ ਸੀ। ਠੀਕ ਆ, ਅਗਰ ਆਪਾਂ ਨੂੰ ਕੁਐਸਚਨ ਆਵੇ ਕਿ ਸਵਰਾਜ ਐਜ਼ ਦਾ ਗੋਲ ਆਫ ਇੰਡੀਅਨ ਪੀਪਲ ਜੋ ਸੀਗਾ ਕਾਂਗਰਸ ਦਾ, ਜੋ ਕਿਸ ਸੈਸ਼ਨ ਦੇ ਵਿੱਚ ਹੋਇਆ ਸੀ? 1906 ਦਾ ਕਲਕੱਤਾ ਸੈਸ਼ਨ। ਠੀਕ ਆ ਜੀ, ਅੱਗੇ ਆਪਾਂ ਕਰਾਂਗੇ ਜੀ ਇੰਡੀਆ ਨੈਸ਼ਨਲ ਕਾਂਗਰਸ 'ਚ ਜੋ ਫੁੱਟ ਪਈ ਸੀ, ਠੀਕ ਆ ਜੀ, ਸੂਰਤ ਸਪਲਿਟ ਹੋਈ ਸੀ 1907 ਈਸਵੀ ਦੇ ਵਿੱਚ। ਠੀਕ ਆ ਜੀ, ਇਹਦੇ ਵਿੱਚ ਜਾਣੀ ਕਿ ਨਰਮ ਦਲ ਦੇ ਨੇਤਾ ਅਲੱਗ ਹੋ ਗਏ ਸੀ, ਗਰਮ ਦਲ ਦੇ ਨੇਤਾ ਅਲੱਗ ਹੋ ਗਏ ਸੀ ਤੇ ਨਰਮ ਦਲ ਦੇ ਨੇਤਾ ਅਲੱਗ ਹੋ ਗਏ ਸੀ। ਕਾਂਗਰਸ ਜਾਣੀ ਕਿ ਦੋ ਭਾਗਾਂ ਦੇ ਵਿੱਚ ਵੰਡ ਗਈ ਸੀ। ਇਹ ਤੋਂ ਵੀ ਇੱਕ ਕੁਐਸਚਨ ਪੱਕਾ ਬਣਦਾ ਹੀ ਬਣਦਾ ਹੈ। ਸੋ ਇਹਨੂੰ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਜੀ। 1907 ਈਸਵੀ 'ਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੂਰਤ 'ਚ ਸਮਾਗਮ ਹੋਇਆ। ਉਸ ਸਮੇਂ ਕਾਂਗਰਸ ਦੇ ਪ੍ਰੈਜ਼ੀਡੈਂਟ ਜਿਹੜੇ ਸੀਗੇ ਉਹ ਸੀਗੇ ਜੀ ਰਾਸ ਬਿਹਾਰੀ ਬੋਸ। ਇਹਨੂੰ ਵੀ ਤੁਸੀਂ ਯਾਦ ਕਰਨਾ ਵਾ। ਠੀਕ ਆ, ਇਸ 'ਚ ਨਰਮ ਦਲ ਦੇ ਨੇਤਾਵਾਂ ਨੇ ਸਵਦੇਸ਼ੀ ਅਤੇ ਬਾਈਕਾਟ ਪ੍ਰਸਤਾਵਾਂ ਦੀ ਨਿੰਦਾ ਕੀਤੀ। ਜਾਣੀ ਕਿ ਨਰਮ ਦਲ ਦੇ ਜਿਹੜੇ ਨੇਤਾ ਸੀਗੇ ਨਾ ਜ਼ਿਆਦਾਤਰ, ਉਹ ਕਹਿੰਦੇ ਸੀਗੇ ਜੋ ਤੁਸੀਂ ਸਵਦੇਸ਼ੀ ਤੇ ਬਾਈਕਾਟ ਕਰ ਰਹੇ ਹੋ ਇਹਦਾ ਕੋਈ ਜ਼ਿਆਦਾ ਉਹ ਨਹੀਂਗਾ, ਆਪਣਾ ਮਤਲਬ ਇਹਦਾ ਕੋਈ ਜ਼ਿਆਦਾ ਫਾਇਦਾ ਨਹੀਂਗਾ, ਇਹ ਤੁਸੀਂ ਨਾ ਕਰੋ। ਠੀਕ ਆ ਜੀ, ਬਟ ਜਿਹੜੇ ਗਰਮ ਦਲ ਦੇ ਨੇਤਾ ਸੀ ਨਾ ਉਹ ਕਹਿੰਦੇ ਸੀ, ਕਿਉਂਕਿ ਜਿਹੜੇ ਨਰਮ ਦਲ ਦੇ ਨੇਤਾ ਸੀ ਨਾ ਜਿਹੜੇ ਮੋਡਰੇਟ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਕਿ ਕਿਉਂਕਿ ਇਹਨਾਂ ਨੇ ਜਦੋਂ ਕਾਂਗਰਸ ਦੀ ਸਥਾਪਨਾ ਤਾਂ ਇਹਨਾਂ ਨੇ 1885 'ਚ ਕਰ ਲਈ ਸੀ, ਬਟ ਇਹਨਾਂ ਨੇ ਇਹ ਕਹਿੰਦੇ ਸੀਗੇ ਜਿਹੜੇ ਗ੍ਰਾਸ ਲੈਵਲ ਦੇ ਉੱਤੇ, ਗ੍ਰਾਸ ਰੂਟ ਲੈਵਲ ਦੇ ਉੱਤੇ ਇਹਨਾਂ ਦਾ ਕੋਈ ਜ਼ਿਆਦਾ ਨਹੀਂ ਸੀ। ਇਹ ਕਹਿੰਦੇ ਇਹਨਾਂ ਦੇ ਨਾਲ ਆਮ ਆਦਮੀ ਨਹੀਂ ਸੀ ਜੁੜਿਆ ਹੋਇਆ ਉਸ ਟਾਈਮ। ਬਟ ਜਦੋਂ ਗਰਮ ਦਲ ਦੇ ਨੇਤਾ ਵੀ, ਜਦੋਂ ਗਰਮ ਦਲ ਦੇ ਨੇਤਾਵਾਂ ਨੂੰ ਨਰਮ ਦਲ ਦਾ ਦੇਸ਼ ਪਸੰਦ ਨਹੀਂ ਆਇਆ, ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੋਣਾਗਾ, ਆਪਾਂ ਨੂੰ ਅੰਦੋਲਨ ਕਰਨੇ ਪੈਣੇ ਆ, ਥੋੜ੍ਹਾ ਜਿਹਾ ਆਪਣੀਆਂ ਮੰਗਾਂ ਨੂੰ ਇਸ ਹਿਸਾਬ ਨਾਲ ਮੰਗਣਾ ਪੈਣਾ ਵਾ। ਜਿਹੜੇ ਨਰਮ ਦਲ ਦੇ ਸੀਗੇ ਉਹ ਜ਼ਿਆਦਾਤਰ ਬਾਤਚੀਤ ਦੇ ਵਿੱਚ ਹੀ ਬਿਲੀਵ ਕਰਦੇ ਹੁੰਦੇ ਸੀ। ਠੀਕ ਹੈ ਜੀ, ਸੋ ਇਹਨੂੰ ਤੁਸੀਂ ਯਾਦ ਕਰਨਾ ਵਾ। ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਲੱਗ ਹੋ ਕੇ, ਠੀਕ ਹੈ ਜੀ, ਹੁਣ ਗਰਮ ਦਲ ਦੇ ਨੇਤਾ ਕਹਿੰਦੇ ਅਸੀਂ ਨਹੀਂ ਤੁਹਾਡੇ ਨਾਲ ਰਹਿਣਾ, ਅਸੀਂ ਅਲੱਗ ਹੋ ਕੇ ਕੰਮ ਕਰਾਂਗੇ, ਆਪਦੇ ਹਿਸਾਬ ਦੇ ਨਾਲ ਕਰਾਂਗੇ। ਠੀਕ ਹੈ ਜੀ, ਸੋ ਇਹਦੇ ਵਿੱਚ ਜਿਹੜੇ ਹੋਏ ਸੀ ਆਪਣਾ ਸੂਰਤ ਸੈਸ਼ਨ ਦੇ ਵਿੱਚ ਕਾਂਗਰਸ ਜਦੋਂ ਦੋ ਦੇ ਵਿੱਚ ਨਰਮ ਦਲ ਹੋ ਗਿਆ, ਇੱਕ ਗਰਮ ਦਲ, ਇੱਕ 'ਚ ਮੋਡਰੇਟਸ ਹੋ ਗਏ, ਇੱਕ 'ਚ ਐਕਸਟ੍ਰੀਮਿਸਟ ਹੋ ਗਏ ਉਸ ਟਾਈਮ ਦੇ ਉੱਤੇ 1907 ਦੇ ਵਿੱਚ। ਠੀਕ ਆ, ਲਾਲ ਬਾਲ-ਪਾਲ ਇਹਨਾਂ ਦੀ ਅਗਵਾਈ ਕੀਤੀ ਸੀ ਜੀ ਬਾਲ ਗੰਗਾਧਰ ਤਿਲਕ, ਵਿਪਨ ਚੰਦਰ ਪਾਲ ਤੇ ਲਾਲਾ ਲਾਜਪਤ ਰਾਏ ਨੇ। ਅਰਵਿੰਦੋ ਘੋਸ਼ ਵੀ ਇਹਨਾਂ ਦੇ ਮੈਂਬਰ ਸੀਗੇ। ਠੀਕ ਹੈ ਜੀ, ਅਗਵਾਈ ਵਿੱਚ ਰਾਸ਼ਟਰੀ ਸੰਘਰਸ਼ ਗਰਮ ਦਲ ਦੇ ਲੀਡਰ ਜਿਹੜੇ ਸੀਗੇ ਪ੍ਰਮੁੱਖ ਵਿਚਾਰਧਾਰਾ ਵਜੋਂ ਉੱਭਰੇ। ਅੱਗੇ ਆਪਾਂ ਕਰਾਂਗੇ ਹੁਣ ਜਿਹੜੇ ਗੋਪਾਲ ਕ੍ਰਿਸ਼ਨ ਗੋਖਲੇ ਸੀ, ਇਹਨਾਂ ਨੇ ਨਰਮ ਦਲ ਦੀ ਅਗਵਾਈ ਕੀਤੀ ਸੀ ਉਸ ਟਾਈਮ ਦੇ ਉੱਤੇ 1907 'ਚ। ਠੀਕ ਹੈ ਜੀ, ਅਗਰ ਆਪਣਾ ਕੁਐਸਚਨ ਆਊਗਾ ਕਿ ਨਰਮ ਦਲ ਦੀ ਅਗਵਾਈ ਕਿਹਨੇ ਕੀਤੀ ਸੀ ਉਸ ਟਾਈਮ ਦੇ ਉੱਤੇ ਮੋਡਰੇਟਸ ਦੀ, ਸੋ ਇਹ ਕੀਤੀ ਸੀ ਗੋਪਾਲ ਕ੍ਰਿਸ਼ਨ ਗੋਖਲੇ ਨੇ। ਜੋ ਦਾਦਾ ਭਾਈ ਨਹਿਰੂ ਜੀ ਸੀਗੇ, ਬੋਮੇਸ਼ ਚੰਦਰ ਬੈਨਰਜੀ ਸੀਗੇ, ਠੀਕ ਹੈ ਜੀ, ਸੁਬਰਮਨੀਅਨ ਅਈਅਰ, ਗੋਪਾਲ ਕ੍ਰਿਸ਼ਨ ਗੋਖਲੇ, ਮਦਨ ਮੋਹਨ ਮਾਲਵੀਆ, ਸੁਰਿੰਦਰਨਾਥ ਬੈਨਰਜੀ, ਇਹ ਜਾਣ ਕੇ ਕੁਛ ਉਸ ਟਾਈਮ ਦੇ ਉੱਤੇ ਨੇਤਾ ਸੀਗੇ ਇਹਨਾਂ ਦੇ। 1916 ਦੇ ਵਿੱਚ ਨਾ ਦੁਬਾਰਾ ਫਿਰ ਇਹਨਾਂ ਦੇ ਵਿੱਚ ਲਖਨਊ ਸੈਸ਼ਨ ਜਦੋਂ ਹੋਇਆ ਸੀ ਨਾ, ਉਦੋਂ ਇਹ ਫਿਰ ਜੁਆਇਨ ਹੋ ਗਏ ਸੀ, ਜਾਣੀ ਕਾਂਗਰਸ ਫਿਰ ਇੱਕ ਹੋ ਗਈ ਸੀ, ਜੋ ਰੀਯੂਨੀਅਨ ਹੋ ਗਈ ਸੀ ਇਹਨਾਂ ਦੀ ਕਾਂਗਰਸ ਦੀ 1916 ਦੇ ਵਿੱਚ। ਠੀਕ ਹੈ ਜੀ, ਅੱਗੇ ਆਪਾਂ ਕਰਾਂਗੇ ਹੁਣ ਜੀ ਇਹਦੇ ਉੱਤੇ ਆਪਾਂ 1905 ਜੋ 1905 ਠੀਕ ਹੈ ਜੀ, 1905 1906 ਤੇ 1907 ਦੇ ਵਿੱਚ ਜੋ ਇਹਨਾਂ 3 ਸਾਲਾਂ ਦੇ ਵਿੱਚ ਜੋ ਵੀ ਆਪਣੇ ਰਾਸ਼ਟਰੀ ਅੰਦੋਲਨ ਦੇ ਟਾਈਮ ਦੇ ਉੱਤੇ ਜੋ ਵੀ ਆਪਣੇ ਇਫੈਕਟ ਹੋਏ ਸੀ, ਜੋ ਵੀ ਉਸ ਸਮੇਂ ਅੰਦੋਲਨ ਹੋਇਆ ਸੀ ਜਾਂ ਕਾਂਗਰਸ ਦੋ ਭਾਗਾਂ ਦੇ ਵਿੱਚ ਵੰਡ ਗਈ ਸੀ, ਉਹ ਆਪਾਂ ਸਾਰਾ ਕਰ ਲਿਆ ਹੋਇਆ। ਠੀਕ ਹੈ ਜੀ, ਹੁਣ ਆਪਾਂ ਇਹਦੇ ਉੱਤੇ ਜੋ ਵੀ ਇੰਪੋਰਟੈਂਟ MCQ ਬਣਦੇ ਨੇ ਇਸ ਤੋਂ ਬਾਹਰ ਨਹੀਂ ਆਉਂਦੇਗੇ। ਠੀਕ ਹੈ ਜੀ, ਤੁਸੀਂ ਯਕੀਨ ਰੱਖਿਓ ਜੋ ਆਪਾਂ ਕਰਵਾ ਰਹੇ ਹਾਂ ਨਾ ਇਸ ਟਾਈਮ, ਇਸ ਤੋਂ ਬਾਅਦ ਤੁਹਾਡੇ ਕੁਐਸਚਨ ਆਊਗਾ ਹੀ ਨਹੀਂ ਇਹਦੇ ਵਿੱਚੋਂ। ਠੀਕ ਆ, ਸੋ ਇਹਦੇ ਵਿੱਚ ਜੋ 1-2 ਪੁਆਇੰਟ ਜਿਹੜੇ ਹੋਣਗੇ ਉਹ ਥੋੜ੍ਹੇ ਬਹੁਤ ਆਪਣੇ MCQ 'ਚ ਕਵਰ ਹੋ ਜਾਣਗੇ। ਠੀਕ ਹੈ ਜੀ, ਸੋ ਸਵਦੇਸ਼ੀ ਅੰਦੋਲਨ, ਜਦੋਂ ਆਪਣਾ ਸਵਦੇਸ਼ੀ ਅੰਦੋਲਨ ਸਟਾਰਟ ਹੋਇਆ ਸੀ 1905 'ਚ ਹੀ ਸਟਾਰਟ ਹੋ ਗਿਆ ਸੀ ਇਹ। ਠੀਕ ਹੈ ਜੀ, ਜਦੋਂ ਬੰਗਾਲ ਦੀ ਵੰਡ 1905 'ਚ ਕੁਰਜ਼ਨ ਨੇ ਐਲਾਨ ਕਰਤਾ ਕਿ ਅਸੀਂ ਬੰਗਾਲ ਦੀ ਵੰਡ ਕਰਨ ਜਾ ਰਹੇ ਹਾਂ, ਉਦੋਂ ਹੀ ਜਾਣੀ ਕਿ ਸਵਦੇਸ਼ੀ ਅੰਦੋਲਨ ਹੋ ਗਿਆ ਸੀ। ਅਤੇ ਉਦੋਂ ਭਾਰਤ ਦਾ ਵਾਇਸਰਾਏ ਜੋ ਕਿ ਸਹੀ ਆ ਕਿ ਲਾਰਡ ਕਰਜ਼ਨ ਹੀ ਸੀਗਾ। ਉਸ ਤੋਂ ਬਾਅਦ ਜੋ ਜਾਣੀ ਕਿ ਉਸ ਤੋਂ ਥੋੜ੍ਹੇ ਟਾਈਮ ਬਾਅਦ ਜਦੋਂ ਸਵਦੇਸ਼ੀ ਅੰਦੋਲਨ ਵਗੈਰਾ ਸਟਾਰਟ ਹੋ ਗਏ ਸੀ, ਉਸ ਤੋਂ ਬਾਅਦ ਲਾਰਡ ਮਿੰਟੂ ਬਣ ਗਿਆ ਸੀ। ਠੀਕ ਹੈ ਜੀ, ਨੈਕਸਟ ਆਪਾਂ ਕਰਾਂਗੇ ਜੀ ਹੇਠ ਲਿਖਿਆਂ ਵਿੱਚੋਂ ਕੌਣ ਐਕਸਟ੍ਰੀਮਿਸਟ ਨਹੀਂ ਗਾ। ਠੀਕ ਹੈ ਜੀ, ਹੁਣ ਇਹਨਾਂ ਦੇ ਵਿੱਚ ਆਪਾਂ ਉੱਪਰ ਚੰਗੀ ਤਰ੍ਹਾਂ ਕਰ ਚੁੱਕੇ ਹਾਂ ਕਿਹੜਾ ਐਕਸਟ੍ਰੀਮਿਸਟ ਹੈਗਾ। ਸੋ ਵਿਪਨ ਚੰਦਰ ਪਾਲ ਵੀ ਐਕਸਟ੍ਰੀਮਿਸਟ ਨੇ ਆਪਣੇ। ਠੀਕ ਹੈ, ਉਸ ਟਾਈਮ ਦੇ ਗਰਮ ਦਲ ਦੇ ਨੇਤਾ ਸੀਗੇ ਜਿਹੜੇ ਬਾਲ ਗੰਗਾਧਰ ਤਿਲਕ ਵੀ ਸੀਗੇ, ਅਰਵਿੰਦੋ ਘੋਸ਼ ਵੀ ਸੀਗੇ, ਬਟ ਗੋਪਾਲ ਕ੍ਰਿਸ਼ਨ ਗੋਖਲੇ ਜਿਹੜੇ ਸੀਗੇ ਉਹ ਆਪਣੇ ਜੋ ਮੋਡਰੇਟਸ ਸੀਗੇ ਉਹਨਾਂ ਦੇ ਨੇਤਾ ਸੀਗੇ। ਅੱਗੇ ਆ ਗਿਆ ਜੀ ਸਾਡੇ ਕੋਲ ਲਾਲ ਬਾਲ-ਪਾਲ। ਠੀਕ ਹੈ ਜੀ, ਇਹ ਜਿਹੜੇ ਹੋ ਸੀਗੇ ਬੰਗਾਲ ਦੀ ਵੰਡ ਕਿਸ ਦਿਨ ਲਾਗੂ ਹੋਈ। ਇਹ ਤੁਸੀਂ ਨਾ ਬਹੁਤ ਜਾਣੀ ਕਿ ਇਹ ਵਾਲਾ ਜਿਹੜਾ ਕੁਐਸਚਨ ਆ ਨਾ, ਇਹ ਤੁਹਾਨੂੰ ਵਿਦ ਡੇਟ ਯਾਦ ਕਰਨਾ ਪੈਣਾ, ਜਿਸ ਤਰ੍ਹਾਂ ਮਰਜ਼ੀ ਤੁਸੀਂ ਕਰੋ। 16 ਅਕਤੂਬਰ 1905 ਈਸਵੀ ਨੂੰ। ਠੀਕ ਹੈ ਜੀ, ਇਹ ਆਨਸਰ ਇਹਦਾ ਸਹੀ ਚਲਿਆ ਜਾਊਗਾ। ਠੀਕ ਹੈ ਜੀ, ਸੋ ਆ ਸੀ ਨਹੀਂਗਾ। ਠੀਕ ਹੈ ਜੀ, ਇੱਥੇ ਜ਼ਰੂਰ ਕਰ ਲਿਓ, ਨਾਲ ਆਪਣਾ ਸਹੀ ਲਿਖਿਆ ਹੋਇਆ। ਠੀਕ ਹੈ, 16 ਅਕਤੂਬਰ 1905 ਇਹ ਆਨਸਰ। ਨੈਕਸਟ ਆਪਾਂ ਕਰਾਂਗੇ ਇਸ ਸੈਸ਼ਨ ਵਿੱਚ ਦਾਦਾ ਭਾਈ ਨਹਿਰੂ ਜੀ ਨੇ ਸਵਰਾਜ ਜਾਂ ਸਵੈ ਸਰਕਾਰ ਨੂੰ ਰਾਸ਼ਟਰ ਦਾ ਟੀਚਾ ਘੋਸ਼ਿਤ ਕੀਤਾ। ਜਾਣੀ ਕਦੋਂ ਉਹਨਾਂ ਨੇ ਕਿਹਾ ਸੀਗਾ, ਇਹ ਵੀ ਆਪਾਂ ਕੀਤਾ ਹੋਇਆ ਕਿ ਜਿਹੜਾ ਕਿ ਕਲਕੱਤਾ ਦਾ ਸੈਸ਼ਨ ਹੋਇਆ ਸੀ 1906 ਈਸਵੀ ਦੇ ਵਿੱਚ, ਉਹਦੇ ਵਿੱਚ ਸਵਰਾਜ ਨੂੰ ਗੋਲ, ਠੀਕ ਹੈ ਜੀ, ਟੀਚਾ ਘੋਸ਼ਿਤ ਕੀਤਾ ਸੀ। ਠੀਕ ਹੈ ਜੀ, ਨੈਕਸਟ ਆਪਾਂ ਕਰਾਂਗੇ ਡੈਸ਼ ਦੀ ਅਗਵਾਈ ਵਿੱਚ ਪੂਨਾ ਅਤੇ ਬੰਬਈ ਵਿੱਚ ਜਦੋਂ ਨਾ ਬੰਗਾਲ ਦੀ ਵੰਡ ਹੋ ਗਈ ਸੀ, ਉਸ ਤੋਂ ਬਾਅਦ ਜਿਹੜੇ ਵਿਰੋਧੀ ਅੰਦੋਲਨ ਹੋ ਗਏ ਸੀਗੇ ਇਹਨਾਂ ਦੇ ਇਹਦੀ ਵੰਡ ਦੇ ਵਿਰੁੱਧ, ਜਿਹੜੇ ਐਂਟੀ ਪਾਰਟੀਸ਼ਨ ਅੰਦੋਲਨ ਹੋਏ ਸੀਗੇ ਉਸ ਟਾਈਮ ਦੇ ਉੱਤੇ ਜਿਹੜੇ। ਠੀਕ ਹੈ ਜੀ, ਉਹਦੇ ਵਿੱਚ ਉਹ ਪੁੱਛ ਗਏ ਪੂਨੇ ਤੇ ਬੰਬਈ ਤੋਂ ਕਿਹਨੇ ਅਗਵਾਈ ਕੀਤੀ ਸੀ ਬੰਗਾਲ ਦੀ। ਠੀਕ ਹੈ ਜੀ, ਪੂਨਾ ਤੇ ਬੰਬਈ ਤੋਂ ਬਾਲ ਗੰਗਾਧਰ ਤਿਲਕ ਜਿਹੜੇ ਸੀਗੇ ਉਹਨਾਂ ਨੇ ਅਗਵਾਈ ਕੀਤੀ ਸੀ। ਠੀਕ ਹੈ ਜੀ, ਹੁਣ ਉਹ ਕਹਿੰਦਾ ਜੀ ਜਦੋਂ ਪੰਜਾਬ ਵਿੱਚ ਬੰਗਾਲ ਦੀ ਵੰਡ ਹੋਈ ਸੀ, ਜਦੋਂ ਕਿਉਂਕਿ ਬੰਗਾਲ ਦੀ ਵੰਡ ਹੋਈ ਸੀ ਨਾ, ਉਹ ਅੰਦੋਲਨ ਮੈਂ ਤੁਹਾਨੂੰ ਉੱਪਰ ਕਰਵਾਇਆ ਕਿ ਅੰਦੋਲਨ ਸ਼ੁਰੂ ਹੋ ਗਏ ਸੀ ਉਸ ਟਾਈਮ ਦੇ ਉੱਤੇ। ਸੋ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਹੁਣ ਆਪਾਂ ਅਗਵਾਈ ਕਿਹਨੇ ਚਲਾਈ ਸੀ। ਠੀਕ ਹੈ ਜੀ, ਵਿਰੋਧੀ ਅੰਦੋਲਨ ਕਿਹਨੇ ਚਲਾਇਆ ਸੀ ਇਹਦੇ ਵਿੱਚ ਬੰਗਾਲ ਤੇ ਆਪਣੀ ਪੰਜਾਬ ਦੇ ਵਿੱਚ ਗਿਆ ਉਹਨਾਂ ਨੇ।
ਪੰਜਾਬ ਦੇ ਵਿੱਚ ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਨੇ ਇਹ ਅੰਦੋਲਨ ਚਲਾਇਆ ਸੀ। ਠੀਕ ਹੈ, ਉਸ ਤੋਂ ਬਾਅਦ ਇਹ ਜ਼ਿਆਦਾ ਵੱਡਾ ਰੂਪ ਲੈ ਕੇ ਗਿਆ ਸੀ ਉਸ ਟਾਈਮ ਦੇ ਉੱਤੇ। ਦਿੱਲੀ ਵਿੱਚ ਬੰਗਾਲ ਦੀ ਵੰਡ ਲਈ ਜੋ ਅੰਦੋਲਨ ਸੀਗਾ ਵਿਰੋਧੀ ਧਿਰ ਕਿਹਨੇ ਚਲਾਇਆ ਸੀ? ਦਿੱਲੀ 'ਚ ਪੁੱਛਿਆ ਨਾ। ਦਿੱਲੀ 'ਚ ਜੀ ਸਰ ਸੈਯਦ ਹੈਦਰ ਰਜ਼ਾ ਸੀਗਾ, ਸੈਯਦ ਹੈਦਰ ਰਜ਼ਾ। ਠੀਕ ਹੈ ਜੀ, ਇਹ ਤੁਸੀਂ ਨਾਮ ਯਾਦ ਕਰਨਾ ਕਿਉਂਕਿ ਇੱਦਾਂ ਦਾ ਡਾਇਰੈਕਟ ਕੁਐਸਚਨ ਇਹੀ ਬਣ ਗਿਆ, ਇਸ ਤੋਂ ਬਾਅਦ ਕੋਈ ਕੁਐਸਚਨ ਨਹੀਂ ਬਣੇਗਾ ਤੁਹਾਡਾ। ਮਦਰਾਸ ਵਿੱਚ ਬੰਗਾਲ ਦੀ ਵੰਡ ਲਈ ਮਦਰਾਸ 'ਚ ਹੁਣ ਜੀ ਮਦਰਾਸ ਦੇ ਵਿੱਚ ਕਿਹਨੇ ਅਗਵਾਈ ਕੀਤੀ ਸੀ? ਮਦਰਾਸ ਦੇ ਵਿੱਚ ਕੀਤੀ ਸੀ ਜੀ ਇਹਦੀ ਅਗਵਾਈ ਆਪਣੀ ਚਿਦੰਬਰਮ ਪਿੱਲਈ ਨੇ। ਠੀਕ ਹੈ ਜੀ, ਮਦਰਾਸ ਦੇ ਵਿੱਚ, ਇਹ ਵੀ ਤੁਸੀਂ ਯਾਦ ਕਰਨਾ ਵਾ। ਸੋ ਕਿਸ ਸੈਸ਼ਨ ਵਿੱਚ ਕਾਂਗਰਸ ਮੱਧਮ ਨਰਮ ਦਲ ਅਤੇ ਗਰਮ ਕੱਟੜਪੰਥੀ ਦੇ ਦੋ ਧੜਿਆਂ ਦੇ ਵਿੱਚ ਵੰਡੀ ਗਈ? ਆਪਾਂ ਕੀਤਾ ਹੋਏਗਾ ਸੂਰਤ ਸੈਸ਼ਨ 1907 'ਚ ਇੱਕ ਨਰਮ ਦਲ ਬਣ ਗਈ ਸੀ, ਇੱਕ ਬਣ ਗਈ ਸੀ ਗਰਮ ਦਲ। ਠੀਕ ਹੈ ਜੀ, ਸੋ ਇਹਦੇ ਨੇਤਾ ਵੀ ਆਪਾਂ ਸਾਰੇ ਕਰ ਚੁੱਕੇ। ਨਿਮਨਲਿਖਤ ਨੂੰ ਹੁਣ ਦੇਖੋ ਜੀ, ਇਦਾਂ ਦੇ ਕੁਐਸਚਨ ਜਿਹੜੇ ਤੁਹਾਡੇ ਹੈ ਨਾ ਇਹ ਪੱਕੇ ਆਉਂਦੇ ਹੀ ਆਉਂਦੇ ਨੇ ਪੇਪਰ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਨਾ ਪਹਿਲਾਂ ਪੇਪਰ ਦੇ ਵਿੱਚ ਜਸਟ ਇੱਕ ਚੀਜ਼ ਪੁੱਛ ਲੈਂਦੇ ਕਿ ਸੂਰਤ ਦੀ ਵੰਡ ਕਦੋਂ ਹੋਈ ਸੀ, ਜੋ ਬੰਗਾਲ ਦੀ ਵੰਡ ਕਦੋਂ ਹੋਈ ਸੀ, ਉਹ ਸਾਰਾ ਕੁਝ ਉਹ ਇੱਦਾਂ ਬਚਾ। ਬਟ ਹੁਣ ਇਸ ਟਾਈਮ ਦੇ ਉੱਤੇ ਜਿਹੜੇ ਪੇਪਰ ਆਉਂਦੇ ਨੇ ਉਹਦੇ ਵਿੱਚ ਇਸ ਤਰ੍ਹਾਂ ਹੁੰਦੇ ਨੇ ਕਿ ਇਹਨੂੰ ਤੁਸੀਂ ਜੋ ਈਅਰ ਵਾਈਜ਼ ਉਹ ਕਰੋ। ਠੀਕ ਹੈ ਜੀ, ਸੋ ਇਹਦੇ ਵਿੱਚ ਆਪਾਂ ਕੀਤਾ ਹੋਇਆ ਵਾ ਕਦੋਂ ਹੋਈ ਸੀ ਜੀ ਸੂਰਤ ਦੀ ਵੰਡ, ਆਪਾਂ ਬਹੁਤ ਚੰਗੀ ਤਰ੍ਹਾਂ ਕਰ ਚੁੱਕੇ ਹਾਂ ਜੀ 1907 'ਚ ਹੋਈ ਸੀ। ਜਦੋਂ ਬੰਗਾਲ ਦੀ ਵੰਡ ਹੋਈ ਸੀ ਆਪਾਂ ਕੀਤੀ ਹੋਈ ਹੈ ਜੀ 1905 'ਚ ਹੋਈ ਸੀ, 16 ਅਕਤੂਬਰ 1905 ਨੂੰ। ਮੁਸਲਿਮ ਲੀਗ ਦੀ ਨੀਂਹ ਕਦੋਂ ਰੱਖੀ ਸੀ ਜੀ? 1906 'ਚ। ਸੋ ਆਪਣਾ ਆਨਸਰ ਕਿਹੜਾ ਸਹੀ ਚਲਾ ਜਾਊਗਾ ਜੀ? ਇਹਦੇ ਵਿੱਚ ਆਪਣਾ ਆਨਸਰ ਸਹੀ ਜਾਣਾ ਚਾਹੀਦਾ ਵਾ ਮੁਸਲਿਮ ਲੀਗ। ਠੀਕ ਹੈ ਜੀ, ਆਪਣਾ ਆਨਸਰ ਡੀ ਸਹੀ ਚਲਾ ਜਾਊਗਾ। ਠੀਕ ਹੈ ਜੀ, ਅੱਗੇ ਆਪਾਂ ਕਰਾਂਗੇ ਜੀ ਨੈਕਸਟ। ਹੁਣ ਆਪਾਂ ਕਰਨਾ ਸੌਰੀ ਬੀ ਨਹੀਂ, ਆਪਣਾ ਬੀ ਸਹੀ ਜਾਊਗਾ। ਠੀਕ ਹੈ ਜੀ, 5 ਦੇ ਵਿੱਚ, 6 'ਚ, 7 'ਚ। ਠੀਕ ਹੈ ਜੀ, ਬੀ ਆਨਸਰ ਸਹੀ ਜਾਏਗਾ ਆਪਣਾ। ਸੋ ਅੱਗੇ ਉਹ ਕਹਿੰਦੇ ਜੀ ਸੂਰਤ ਸੈਸ਼ਨ ਵਿੱਚ ਜਿਹੜੇ ਨਰਮ ਦਲ ਸੀਗੇ, ਮੋਡਰੇਟ ਸੀਗੇ, ਉਹਨਾਂ ਦੀ ਅਗਵਾਈ ਡੈਸ਼ ਦੁਆਰਾ ਕੀਤੀ ਗਈ ਸੀ। ਠੀਕ ਹੈ ਜੀ, ਸੂਰਤ ਸੈਸ਼ਨ ਇਹ ਵੀ ਆਪਾਂ ਕੀਤਾ ਹੋਇਆ ਗੋਪਾਲ ਕ੍ਰਿਸ਼ਨ ਗੋਖਲੇ ਨੇ ਕੀਤੀ ਸੀ। ਠੀਕ ਹੈ ਜੀ, 11 ਨੰਬਰ ਕੁਐਸਚਨ ਹੋ ਗਿਆ ਸਾਡਾ। ਹੁਣ ਆ ਗਿਆ ਜੀ ਸੂਰਤ ਸੈਸ਼ਨ ਵਿੱਚ ਐਕਸਟ੍ਰੀਮਿਸਟ ਦਲ ਦੀ ਅਗਵਾਈ ਕਿਹਨੇ ਕੀਤੀ ਸੀ? ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ ਤੇ ਬਿਪਨ ਚੰਦਰਪਾਲ, ਇਹ ਵੀ ਆਪਾਂ ਕੀਤਾ ਹੋਇਆ। ਸੂਰਤ ਵੰਡ ਸੈਸ਼ਨ ਦੇ ਸਮੇਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਕੌਣ ਸੀ? ਇਹ ਵੀ ਤੁਸੀਂ ਜ਼ਰੂਰ ਯਾਦ ਕਰਨਾ। ਠੀਕ ਹੈ ਜੀ, ਰਾਸ ਬਿਹਾਰੀ ਬੋਸ। ਠੀਕ ਹੈ ਜੀ, ਸੋ 13 ਨੰਬਰ ਕੁਐਸਚਨ ਵੀ ਸਾਡਾ ਹੋ ਗਿਆ। ਸੋ ਇੱਕ ਕੁਐਸਚਨ ਹੁਣ ਦੇਖੋ ਜੀ, ਆਹ ਕੁਐਸਚਨ ਜ਼ਰੂਰ ਹੁੰਦਾ ਕਿ ਸਵਦੇਸ਼ੀ ਮੂਵਮੈਂਟ ਦਾ ਮੁੱਖ ਕਾਰਨ ਕੀ ਸੀ? ਇਹ ਵਾਲਾ ਕੁਐਸਚਨ ਜੋ ਹੈ ਨਾ ਜ਼ਿਆਦਾਤਰ PPSC ਦੇ ਵਿੱਚ ਰਿਪੀਟ ਹੁੰਦਾ ਵਾ। PPSC ਦੇ ਜਿੰਨੇ ਵੀ ਪੇਪਰ ਹੋਏ ਨੇ ਨਾ, ਤੁਸੀਂ ਆ 2015 ਤੋਂ ਲੈ ਕੇ 2020 ਤੱਕ ਚੈੱਕ ਕਰ ਲਓ, ਜੋ ਪੇਪਰ ਵੀ ਹੋਏ ਨੇ ਆਲਮੋਸਟ ਹਰੇਕ ਪੇਪਰ ਦੇ ਵਿੱਚ ਰਿਪੀਟਡ ਹੈ ਇਹ ਕੁਐਸਚਨ। ਠੀਕ ਹੈ ਜੀ, ਥੋੜ੍ਹਾ ਜਿਹਾ ਘੁਮਾ ਕੇ ਪੁੱਛ ਲੈਣਗੇ, ਅਬਲੀ ਤਾਂ ਸੇਮ ਹੀ ਪੁੱਛਣਗੇ। ਠੀਕ ਹੈ ਜੀ, ਸਵਦੇਸ਼ੀ ਮੂਵਮੈਂਟ ਦਾ ਮੁੱਖ ਕਾਰਨ ਕੀ ਸੀ? ਸੋ ਇਹਦਾ ਬੀ ਆ ਗਿਆ, ਜਦੋਂ ਬੰਗਾਲ ਦੀ ਪਾਰਟੀਸ਼ਨ ਹੋਈ ਸੀ ਮੁੱਖ ਕਾਰਨ ਇਹੀ ਸੀ। ਠੀਕ ਹੈ ਜੀ, ਸੋ ਬੀ ਆਨਸਰ ਆ ਜਾਏਗਾ ਆਪਣਾ। ਸੋ ਆਪਣੇ ਅੱਜ ਦੀ ਇਹ ਕਲਾਸ ਖਤਮ ਹੋ ਚੁੱਕੀ ਹੈ। ਠੀਕ ਹੈ ਜੀ, 5 ਨੰਬਰ ਕਲਾਸ ਆਪਣੀ ਖਤਮ ਹੋ ਚੁੱਕੀ ਆ ਮਾਡਰਨ ਹਿਸਟਰੀ ਦੀ। ਸੋ ਆਪਾਂ ਨਾਲ ਆਪਾਂ ਜੋ ਵੀ MCQ ਬਣਦੇ ਨੇ ਉਹ ਵੀ ਕਰਦੇ ਆ। ਹੁਣ ਇਸ ਤੋਂ ਬਾਅਦ ਆਪਾਂ ਥੋੜ੍ਹੀ ਜਿਹੀ ਵੱਡੀ ਕਲਾਸ ਲੈ ਕੇ ਆਵਾਂਗੇ 1909 ਤੋਂ ਲੈ ਕੇ 1915 ਤੱਕ। ਇਹਦੇ ਵਿੱਚ ਵੀ ਜ਼ਿਆਦਾ ਨਹੀਂ ਸੀ ਹੋਇਆ, ਜੋ 1909 'ਚ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀ ਆਪਾਂ ਉਹ ਕਰ ਲਾਂਗੇ। ਵੈਸੇ ਇਹ ਆਪਾਂ ਪੋਲਿਟੀ ਦੇ ਵਿੱਚ ਕੀਤਾ ਹੋਇਆ ਵਾ, ਬਟ ਫਿਰ ਵੀ ਇਹਦੇ ਵਿੱਚ ਆਪਾਂ ਦੁਬਾਰਾ ਥੋੜ੍ਹਾ ਜਿਹਾ ਇਹਨੂੰ ਓਵਰਵਿਊ ਕਰ ਲਾਂਗੇ। ਠੀਕ ਹੈ ਜੀ, 1911 'ਚ ਜੋ ਦਿੱਲੀ ਦਰਬਾਰ ਹੋਇਆ ਸੀ, ਦਿੱਲੀ ਤੋਂ ਕਲਕੱਤਾ ਤੋਂ ਦਿੱਲੀ ਸ਼ਿਫਟ ਕੀਤੀ ਸੀ, ਜਾਂ ਹੋਮ ਰੂਲ ਮੂਵਮੈਂਟ ਵਗੈਰਾ ਜੋ ਸਾਰਾ ਜੋ ਗਾਂਧੀ ਜੀ ਭਾਰਤ ਆਏ ਸੀਗੇ ਉਦੋਂ ਤੱਕ ਆਪਾਂ ਸਾਰਾ ਕਰ ਲਾਂਗੇ। ਠੀਕ ਹੈ ਜੀ, 1915 ਤੱਕ। ਸੋ ਤੁਸੀਂ ਚੈਨਲ ਨਾਲ ਬਣੇ ਰਹਿਣਾ। ਠੀਕ ਹੈ ਜੀ, ਸੋ ਪੇਪਰ ਬਹੁਤ ਜਲਦੀ ਹੋਣ ਦੀ ਸੰਭਾਵਨਾ ਹੈ। ਸੋ GK ਦੇ ਇਹ ਜੋ ਮੈਂ ਤੁਹਾਨੂੰ ਇਹ ਕੁਐਸਚਨ ਕਰਵਾ ਰਿਹਾ ਹਾਂ। ਠੀਕ ਆ, ਇਸ ਤੋਂ ਬਾਅਦ ਆਪਾਂ MCQ ਸੈਸ਼ਨ ਵੀ ਲੈ ਕੇ ਆਵਾਂਗੇ, ਜੋ ਕਿ ਆਪਣੇ ਪੰਜਾਬ ਦੇ ਪ੍ਰੀਵੀਅਸ ਈਅਰ ਜਿਹੜੇ 10 ਸਾਲਾਂ ਦੇ ਪੇਪਰ ਹੋਏ ਨੇ ਉਹਦੇ ਉੱਤੇ ਲੈ ਕੇ ਆਵਾਂਗੇ, ਜਦੋਂ ਇਹ ਸਬਜੈਕਟ ਆਪਣਾ ਕੰਪਲੀਟ ਹੋ ਜਾਏਗਾ ਹਿਸਟਰੀ ਦੇ। ਠੀਕ ਹੈ ਜੀ, ਸੋ ਤੁਸੀਂ ਚੈਨਲ ਨਾਲ ਬਣੇ ਰਹਿਣਾ ਅਤੇ ਆਪਣੇ ਚੈਨਲ ਨੂੰ ਜੇ ਵਧੀਆ ਲੱਗਿਆ ਤਾਂ ਤੁਹਾਨੂੰ ਸਬਸਕ੍ਰਾਈਬ ਕਰਿਓ। ਠੀਕ ਆ ਜੀ, ਸ਼ੇਅਰ ਕਰਿਓ ਅਗਰ ਤੁਹਾਨੂੰ ਵਧੀਆ ਲੱਗਿਆ, ਕਿਉਂਕਿ ਤੁਸੀਂ ਜਿੰਨਾ ਜ਼ਿਆਦਾ ਆਪਣੇ ਚੈਨਲ ਨੂੰ ਪਿਆਰ ਕਰੋਗੇ ਉਨੀਆਂ ਆਪਾਂ ਵੱਧ ਵੀਡੀਓਜ਼ 'ਤੇ ਉਨਾ ਆਪਾਂ ਜ਼ਿਆਦਾ ਆਪਣਾ ਕੰਟੈਂਟ ਤਿਆਰ ਕਰਕੇ ਤੁਹਾਡੇ ਤੱਕ ਲੈ ਕੇ ਆਵਾਂਗੇ ਤਾਂ ਬਹੁਤ ਜਲਦੀ। ਸੋ ਹੁਣ ਡੇਲੀ ਇੱਕ ਕਲਾਸ ਹੁੰਦੀ ਹੈ ਆਪਣੀ। ਠੀਕ ਆ ਜੀ, ਫਿਰ ਆਪਾਂ 2 ਕਰ ਦਾਂਗੇ। ਸੋ ਜ਼ਿਆਦਾ ਤੋਂ ਜ਼ਿਆਦਾ